ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕੀਤਿਆਂ ਬਿਨਾਂ ਹੀ ਵਾਪਸ ਬਾਬੇ ਬਕਾਲੇ ਆ ਗਏ। ਇੱਥੇ ਜਦੋਂ ਆਏ ਮੱਖਣ ਸ਼ਾਹ ਨੇ ਬੇਨਤੀ ਕੀਤੀ ਬਾਬੇ ਬਕਾਲੇ ਵਾਪਸ ਆਉਣ 'ਤੇ ਕਿ ਗੁਰੂ ਸਾਹਿਬ ਜੀ ਹੁਣ ਮੈਨੂੰ ਆਗਿਆ ਦਿਓ, ਮੈਂ ਵਾਪਸ ਜਾਵਾਂ ਆਪਣੇ ਘਰ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਮੱਖਣ ਸ਼ਾਹ ਅਸੀਂ ਵੀ ਹੁਣ ਇੱਥੇ ਟਿਕਣਾ ਨਹੀਂ, ਅਸੀਂ ਚਲੇ ਜਾਣਾ ਆ, ਪ੍ਰਚਾਰ ਫੇਰੇ ਆਰੰਭ ਕਰਨੀ ਹੈ, ਇਸ ਕਰਕੇ ਅਸੀਂ ਵੀ ਚਲੇ ਜਾਣ। ਮੱਖਣ ਸ਼ਾਹ ਕਹਿਣ ਲੱਗਾ ਸਤਿਗੁਰੂ ਜੀ ਇਹ ਤਾਂ ਬੜੀ ਵਧੀਆ ਗੱਲ ਹੋ ਗਈ ਮਹਾਰਾਜ, ਜੇ ਤੁਸੀਂ ਜਾ ਰਹੇ ਹੋ ਮੈਂ ਵੀ ਜਾ ਰਿਹਾ ਤਾਂ ਮੈਂ ਤੁਹਾਡੇ ਨਾਲ ਹੀ ਜਾਵਾਂਗਾ। ਪਾਤਸ਼ਾਹ ਮੈਂ ਤੁਹਾਡੇ ਨਾਲ ਹੀ ਚੱਲਦਾ, ਨਾਲੇ ਸੰਗਤ ਹੋ ਜਾਏਗੀ। ਸੋ ਸਤਿਗੁਰਾਂ ਦੀ ਆਗਿਆ ਲੈ ਕੇ ਇਹਨੇ ਤਿਆਰੀ ਕਰ ਲਈ, ਸਾਰੇ ਤਿਆਰੀ ਮੁਕੰਮਲ ਕਰ ਦਿੱਤੀ, ਸੰਗਤਾਂ ਨੂੰ ਸਭ ਨੂੰ ਦੱਸ ਦਿੱਤਾ ਗਿਆ। ਬੜੇ ਬੜੇ ਕਮਾਈਆਂ ਵਾਲੇ ਗੁਰਸਿੱਖ ਨੇ ਇੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਉਂਦੇ ਆ ਜਿਹੜੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਾਤਾ ਗੁਜਰੀ ਜੀ ਦੇ ਭਰਾ ਕਿਰਪਾਲ ਚੰਦ ਜੀ ਵੀ ਇੱਥੇ ਹੈ, ਉਹ ਵੀ ਹੁਣ ਸਤਿਗੁਰਾਂ ਦੇ ਨਾਲ ਚੱਲੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਘੋੜੇ 'ਤੇ ਸਵਾਰ ਹੋ ਗਏ, ਚਾਲੇ ਪਾ ਦਿੱਤੇ ਆ ਸਾਧ ਸੰਗਤ ਜੀ। ਕੋਈ ਕਿਸੇ ਸਾਧਨ 'ਤੇ ਸਵਾਰ ਆ, ਕੋਈ ਕਿਸੇ 'ਤੇ, ਹਰ ਤਰ੍ਹਾਂ ਸਾਧ ਸੰਗਤ ਆਪੋ ਆਪਣੇ ਸਾਧਨਾਂ 'ਤੇ ਸਾਰੇ ਸਵਾਰ ਹੋ ਗਏ। ਚਾਲੇ ਪਾਏ ਬਾਬੇ ਬਕਾਲੇ ਦੀ ਧਰਤੀ ਤੋਂ। ਚੱਲਦਿਆਂ ਚੱਲਦਿਆਂ ਸਾਧ ਸੰਗਤ ਜੀ ਕਹਿੰਦੇ ਨੇ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਲਾਂ ਤਾਂ ਮਹਾਰਾਜ ਨੇ ਬਿਆਸ ਪਾਰ ਕੀਤਾ, ਬਿਆਸ ਦਰਿਆ ਪਾਰ ਕੀਤਾ। ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗ੍ਰੰਥ ਸਾਹਿਬ ਜੀ ਦੀ ਬੀੜ ਸੀ ਪਾਵਨ, ਉਸ ਪਿੰਡ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਕਿਸੇ ਸਿੱਖ ਨੂੰ ਦਿੱਤੀ, ਜੋ ਇਤਿਹਾਸ ਕਹਿੰਦਾ ਆ ਅਲੱਗ ਅਲੱਗ ਵਿਚਾਰਾਂ ਮਿਲਦੀਆਂ, ਜਿਵੇਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਭਾਈ ਸੰਤੋਖ ਸਿੰਘ ਦੇ ਅਨੁਸਾਰ ਤੇ ਮਹਾਰਾਜ ਨੇ ਡੂੰਘੇ ਜਲ ਦੇ ਵਿੱਚ ਇਹ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਸੰਭਾਲ ਕੇ ਰੱਖ ਦਿੱਤੀ ਅਤੇ ਸੁਨੇਹਾ ਭੇਜ ਦਿੱਤਾ ਧੀਰਮਲ ਨੂੰ ਕਿ ਲੈ ਜਾਓ ਆਣ ਕੇ ਇੱਥੋਂ, ਇਹਨਾਂ ਨੂੰ ਗ੍ਰੰਥ ਸਾਹਿਬ ਜੀ ਨੂੰ ਲੈ ਜਾਓ ਤੁਸੀਂ ਅਤੇ ਸਤਿਕਾਰ ਕਰੋ, ਸੇਵਾ ਕਰੋ। ਅਤੇ ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਇਹ ਬੀੜ ਬਿਆਸ ਪਿੰਡ ਦੇ ਵਿੱਚ ਕਿਸੇ ਗੁਰਸਿੱਖ ਦੇ ਪਾਸ ਛੱਡ ਕੇ ਗਏ ਸਨ ਕਿ ਧੀਰਮਲ ਆਏਗਾ ਅਤੇ ਉਹਨੂੰ ਇਹ ਗ੍ਰੰਥ ਸਾਹਿਬ ਜੀ ਦੇ ਦੇਣੇ ਹੈ। ਸੋ ਇੱਦਾਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਇੱਥੋਂ ਚੱਲ ਪਏ। ਮਗਰੋਂ ਧੀਰਮਲ ਆਇਆ, ਉਹ ਗ੍ਰੰਥ ਸਾਹਿਬ ਜੀ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਇੱਥੋਂ ਲੈ ਗਏ ਕਰਤਾਰਪੁਰ ਸਾਹਿਬ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ। ਸਾਧ ਸੰਗਤ ਜੀ ਜਿਵੇਂ ਜਿਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਾਂਦੇ ਆ, ਜਿੱਥੇ ਜਿੱਥੇ ਕਿਸੇ ਨੂੰ ਖਬਰ ਮਿਲਦੀ ਮਹਾਰਾਜ ਦੇ ਆਉਣ ਦੀ, ਹਰ ਕੋਈ ਭੱਜ ਕੇ ਦੌੜ ਕੇ ਦਰਸ਼ਨ ਕਰਦਾ। ਜਿਵੇਂ ਅੱਜ ਵੀ ਨਗਰ ਕੀਰਤਨ ਆਉਂਦਾ ਅਤੇ ਤੁਸੀਂ ਘਰਾਂ 'ਚੋਂ ਬਾਹਰ ਨਿਕਲਦੇ ਹੋ, ਮਹਾਰਾਜ ਦੀ ਸਵਾਰੀ ਜਾਂਦੀ ਹੋਵੇ ਅਤੇ ਪਿਆਰ ਵਾਲੇ ਨੇ ਜਿਹੜੇ ਉਹ ਬਾਹਰ ਨਿਕਲ ਆਉਂਦੇ ਆ ਨਮਸਕਾਰ ਕਰਨ ਵਾਸਤੇ। ਇੱਦਾਂ ਹੀ ਉਦੋਂ ਵੀ ਗੁਰੂ ਸਾਹਿਬ ਜੀ ਦੇ ਦੀਦਾਰ ਕਰਦੇ ਸਾਰੇ। ਚੱਲਦਿਆਂ ਚੱਲਦਿਆਂ ਕਰਤਾਰਪੁਰ ਸਾਹਿਬ ਲੰਘੇ ਅਤੇ ਸਾਧ ਸੰਗਤ ਅੱਗੇ ਚੱਲ ਕੇ ਹਨੇਰਾ ਪੈ ਗਿਆ, ਰਾਤ ਪੈ ਗਈ। ਰਾਤ ਪਈ ਆ, ਕਹਿੰਦੇ ਨੇ ਕਰਤਾਰਪੁਰ ਦੇ ਨੇੜੇ ਹੀ ਥੋੜ੍ਹੇ ਕੁ ਮੀਲ 'ਤੇ ਹਜ਼ਾਰਾ ਪਿੰਡ ਦੇ ਵਿੱਚ, ਹਜ਼ਾਰਾ ਪਿੰਡ, ਉੱਥੇ ਮਹਾਰਾਜ ਨੇ ਆਖਿਆ ਭਾਈ ਇੱਥੇ ਉਤਾਰਾ ਕਰ ਲਓ, ਰਾਤ ਇੱਥੇ ਕੱਟਾਂਗੇ। ਇੱਥੇ ਹੀ ਸਾਧ ਸੰਗਤ ਸਾਰਾ ਲੰਗਰ ਪਾਣੀ ਦਾ ਪ੍ਰਬੰਧ ਹੋਇਆ। ਰਾਤ ਇੱਥੇ ਗੁਰੂ ਸਾਹਿਬ ਨੇ ਬਤੀਤ ਕੀਤੀ। ਅੰਮ੍ਰਿਤ ਵੇਲੇ ਫੇਰ ਨੇਮ ਸੰਭਾਲਦਿਆਂ ਹੋਇਆਂ ਦਿਨ ਜਿਵੇਂ ਹੀ ਚੜ੍ਹਿਆ ਗੁਰੂ ਸਾਹਿਬ ਨੇ ਚਾਲੇ ਪਾ ਤੇ ਫਿਰ ਚੱਲਦਿਆਂ ਚੱਲਦਿਆਂ ਸਾਧ ਸੰਗਤ ਇੱਕ ਹੋਰ ਰਾਹ ਦੇ ਵਿੱਚ ਜਦੋਂ ਪਿੰਡ ਆਇਆ, ਉੱਥੇ ਫਿਰ ਅਗਲਾ ਦਿਨ ਬਤੀਤ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਮੱਖਣ ਸ਼ਾਹ ਵਿਚਾਰਾਂ ਕਰਦਾ ਜਾਂਦਾ। ਹੋਰ ਸੰਗਤ ਵੀ ਆਉਂਦੇ, ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਰਾਸਤੇ ਦੇ ਵਿੱਚ ਕਰਦੇ ਜਾਂਦੇ ਆ ਸਾਰੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਨਵਾਂ ਸ਼ਹਿਰ ਜਿਹੜਾ ਆ ਇੱਥੇ ਹੀ ਸਾਧ ਸੰਗਤ ਜੀ ਕਹਿੰਦੇ ਨੇ ਦੁਰਗਾ ਪਿੰਡ ਸੀ ਇਹਦੇ ਨਵਾਂ ਸ਼ਹਿਰ ਦੇ ਨੇੜੇ ਹੀ। ਉੱਥੇ ਮਹਾਰਾਜ ਨੇ ਦੂਜਾ ਦਿਨ ਜਿਹੜਾ ਬਤੀਤ ਕੀਤਾ। ਫਿਰ ਚਾਲੇ ਪਾਏ। ਜਿਵੇਂ ਹੀ
ਫਿਰ ਸਾਧ ਸੰਗਤ ਜੀ ਸਤਲੁਜ ਦਰਿਆ ਆਇਆ। ਸਤਲੁਜ ਦਰਿਆ, ਇਸ ਦਰਿਆ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਰ ਕੀਤਾ। ਨਾਲ ਸਿੱਖਾਂ ਨੇ, ਸੰਗਤਾਂ ਨੇ, ਹੋਰ ਜਿਹੜੇ ਫਕੀਰ ਨਾਲ ਸਨ, ਉਹਨਾਂ ਸਾਰਿਆਂ ਨੇ ਇਹਨੂੰ ਸਤਲੁਜ ਦਰਿਆ ਨੂੰ ਜਿਵੇਂ ਪਾਰ ਕੀਤਾ, ਅਗਲੇ ਪਾਸੇ ਵੱਲ ਬੜੀਆਂ ਸੋਹਣੀਆਂ ਸੋਹਣੀਆਂ ਉੱਚੀਆਂ ਉੱਚੀਆਂ ਚੋਟੀਆਂ ਪਹਾੜਾਂ ਦੀਆਂ ਦਿਖਾਈ ਦਿੰਦੀਆਂ। ਜਿਵੇਂ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਅਗਾਂਹ ਚੱਲੇ, ਮਹਾਰਾਜ ਕਹਿਣ ਲੱਗੇ, ਮੱਖਣ ਸ਼ਾਹ, ਇਹ ਨਜ਼ਾਰਾ ਇਸ ਧਰਤੀ ਦਾ ਬੜਾ ਆਨੰਦ ਵਾਲਾ ਆ, ਬੜਾ ਸੋਹਣਾ ਇਹ ਅਸਥਾਨ ਮੈਨੂੰ ਲੱਗ ਰਿਹਾ। ਅਤੇ ਗੁਰੂ ਸਾਹਿਬ ਕਹਿਣ ਲੱਗੇ, ਮੇਰਾ ਜੀਅ ਕਰਦਾ ਕਿ ਇੱਥੇ ਆਪਾਂ ਹੁਣ ਕੋਈ ਨਗਰ ਵਸਾਈਏ। ਜਿਵੇਂ ਪਹਿਲੇ ਗੁਰੂ ਸਾਹਿਬਾਨਾਂ ਨੇ ਕੋਈ ਨਾ ਕੋਈ ਨਗਰ ਵਸਾਇਆ, ਕੋਈ ਨਾ ਕੋਈ ਅਸਥਾਨ ਬਣਾ ਕੇ ਦਿੱਤਾ ਹੈ, ਇੱਦਾਂ ਹੀ ਸਾਡਾ ਵੀ ਮਨ ਕਰ ਰਿਹਾ ਕਿ ਇੱਥੇ ਉੱਚੀਆਂ ਪਹਾੜੀਆਂ 'ਤੇ ਅਸੀਂ ਕੋਈ ਨਗਰ ਨੂੰ ਵਸਾਉਣਾ ਕਰੀਏ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇੱਥੇ ਹੀ ਨੈਣਾ ਦੇਵੀ ਦਾ ਮੰਦਰ ਵੀ ਜਿਹੜਾ ਉੱਚੀਆਂ ਪਹਾੜਾਂ ਦੇ ਉੱਪਰ ਹੈ। ਸਤਿਗੁਰੂ ਪਾਤਸ਼ਾਹ ਥੋੜ੍ਹਾ ਅਗਾਂਹ ਗਏ, ਸਾਧ ਸੰਗਤ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਥੋੜ੍ਹਾ ਜਿਹਾ ਅਗਾਂਹ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਆਨੰਦਪੁਰ ਸਾਹਿਬ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਸਾਇਆ ਸੀ। ਸੋਹਣੇ ਪਹਾੜ ਵੇਖੇ, ਉੱਚੀ ਜਗ੍ਹਾ ਵੇਖੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਥੇ ਉਤਾਰਾ ਕਰਵਾ ਲਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਇਹ ਤੋਂ ਪਹਿਲਾਂ ਰਾਹ ਦੇ ਵਿੱਚ ਜਿਵੇਂ ਜਿਵੇਂ ਪੜਾਅ ਹੋਏ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ। ਜੇਕਰ ਹਜ਼ਾਰਾ ਪਿੰਡ ਦੇ ਵਿੱਚ ਮਹਾਰਾਜ ਰੁਕੇ, ਉੱਥੇ ਵੀ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਦਰਬਾਰ ਸਾਹਿਬ ਬਣਿਆ, ਗੁਰਦੁਆਰਾ ਸਾਹਿਬ ਬਣਿਆ ਹੋਇਆ। ਜੇਕਰ ਗੁਰੂ ਸਾਹਿਬ ਨੇ ਦੁਰਗਾ ਪਿੰਡ ਦੇ ਵਿੱਚ ਡੇਰਾ ਕੀਤਾ, ਉੱਥੇ ਵੀ ਮਹਾਰਾਜ ਦੇ ਆਉਣ ਦੇ ਯਾਦ ਵਿੱਚ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਉਸ ਧਰਤੀ ਨੂੰ, ਉੱਥੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਯਾਦ ਵਿੱਚ ਯਾਦਗਾਰ ਬਣੀ ਹੈ, ਗੁਰੂ ਦਰਬਾਰ ਬਣਿਆ ਹੋਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਸਾਧ ਸੰਗਤ ਜੀ ਕਹਿੰਦੇ ਕਹਿਲੂਰ ਦਾ ਰਾਜਾ ਸੀ ਇੱਥੇ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਦੇ ਵਿੱਚ, ਉਹਦਾ ਇੱਥੇ ਲਾਗੇ ਲਾਗੇ ਰਾਜ ਚੱਲਦਾ ਸੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਕਹਿੰਦੇ ਨੇ ਕਾਬਲ ਦੇ ਮਸੰਦਾਂ ਨੂੰ ਪਤਾ ਲੱਗਾ ਗੁਰੂ ਜੀ ਦੇ ਆਉਣ ਦਾ। ਉਹਨਾਂ ਨੇ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਭੇਟਾ ਭੇਜੀ ਹੈ, ਉਪਹਾਰ ਭੇਜਿਆ ਗੁਰੂ ਸਾਹਿਬ ਨੂੰ, ਅਤੇ ਨਾਲ ਉਪਹਾਰ ਭੇਜਿਆ ਬਾਬੇ ਧੀਰਮਲ ਨੂੰ ਕਰਤਾਰਪੁਰ ਸਾਹਿਬ। ਕਹਿੰਦੇ ਨੇ ਬਾਬੇ ਧੀਰਮਲ ਨੇ ਵੀ ਇੱਕ ਜਿਹੜਾ ਦਸਤਾਰ ਦਿੱਤੀ ਸਤਿਕਾਰ ਵਜੋਂ ਵਾਪਸ, ਅਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਇੱਕ ਫਿਰ ਦਸਤਾਰ ਹੀ ਦਿੱਤੀ ਹੈ ਸਤਿਕਾਰ ਦੇ ਵਜੋਂ, ਜਿਵੇਂ ਸਰੋਪਾ ਉਹ ਦੇ ਦਿੰਦੇ ਇੱਦਾਂ। ਹੁਣ ਇਹ ਧੀਰਮਲ ਦੇ ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਦਸਤਾਰਾਂ ਦੋਨੋਂ ਲੈ ਕੇ ਸੋਚਾਂ ਵਿੱਚ ਪਏ ਮਸੰਦ ਕਿ ਹੁਣ ਅਸਲੀ ਗੁਰੂ ਕੌਣ ਆ। ਅਜੇ ਵੀ ਸ਼ੰਕਾ ਸੀ ਇਹਨਾਂ ਦੇ ਮਨ ਵਿੱਚ, ਇਸ ਕਰਕੇ ਇਹਨਾਂ ਨੇ ਸਤਿਗੁਰੂ ਮਹਾਰਾਜ ਨੂੰ ਵੀ ਭੇਟਾ ਦਿੱਤੀ, ਭੇਟਾ ਭੇਜੇ, ਅਤੇ ਸਤਿਕਾਰ ਦੇ ਵਿੱਚ ਧੀਰਮਲ ਨੂੰ ਵੀ ਭੇਜ ਦਿੱਤੀ ਕਿ ਅਜੇ ਕੁਝ ਪਤਾ ਨਹੀਂ ਆ ਕਿ ਅਸਲੀ ਗੁਰੂ ਕੌਣ ਆ। ਬੇਸ਼ੱਕ ਭਾਈ ਮੱਖਣ ਸ਼ਾਹ ਨੇ ਆਖ ਦਿੱਤਾ ਸੀ ਗੁਰੂ ਲਾਧੋਰੇ, ਸੰਗਤ ਵੀ ਸੁਚੇਤ ਹੋ ਚੁੱਕੀ ਸੀ ਬਹੁਤ ਸਾਰੀ, ਪਰ ਅਜੇ ਵੀ ਕੁਝ ਸੰਗਤਾਂ ਜਿਹੜੀਆਂ ਨੇ ਭਰਮ ਦੇ ਵਿੱਚ ਸੀ। ਕਹਿੰਦੇ ਨੇ ਇਹਨਾਂ ਮਸੰਦਾਂ ਨੇ ਫਿਰ ਕਾਬਲਦਿਆਂ ਨੇ ਵਿਚਾਰ ਕੀਤੀ ਆਪਸ ਵਿੱਚ ਕਿ ਦੋਨੋਂ ਦਸਤਾਰਾਂ ਤੱਕੜੀ ਦੇ ਦੋਨੋਂ ਪਾਸਿਆਂ ਵਿੱਚ ਇੱਕ ਇੱਕ ਦਸਤਾਰ ਰੱਖਾਂਗੇ, ਜਿਹੜੀ ਦਸਤਾਰ ਭਾਰੀ ਹੋਈ ਉਹ ਸਮਝ ਲਵਾਂਗੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆ, ਉਹੀ ਨੌਵੇਂ ਪਾਤਸ਼ਾਹ ਹੋਣਗੇ ਜਿਨ੍ਹਾਂ ਦੀ ਦਸਤਾਰ ਭਾਰੀ ਹੋਏਗੀ। ਕਹਿੰਦੇ ਤੱਕੜੀ ਵਿੱਚ ਜਦੋਂ ਦੋਨੋਂ ਦਸਤਾਰਾਂ ਰੱਖੀਆਂ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਵਾਲੀ ਦਸਤਾਰ ਜਿਹੜੀ ਉਹ ਭਾਰੀ ਨਿਕਲੀ। ਫਿਰ ਇਹਨਾਂ ਦਾ ਸ਼ੰਕਾ ਮਨ ਦਾ ਦੂਰ ਹੋ ਗਿਆ ਕਿ ਅਸਲ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੇ। ਧੀਰਮਲ 'ਤੇ ਐਵੇਂ ਰੌਲਾ ਪਾਉਂਦਾ, ਉਹ ਤਾਂ ਐਵੇਂ ਹੀ ਦਾਵਾ ਕਰੀ ਜਾਂਦਾ ਆ ਅਸਲੀ ਗੁਰੂ ਹੋਣ ਦਾ, ਪਰ ਅਸਲ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਨੇ ਨੌਵੇਂ ਪਾਤਸ਼ਾਹ। ਇਹ ਨੌਵੇਂ ਪਾਤਸ਼ਾਹ ਇਹਨਾਂ ਦਾ ਸ਼ੰਕਾ ਮਿਟ ਗਿਆ। ਬਾਕੀ ਦੇ ਜਿਹੜੇ ਸਾਧ ਸੰਗਤ ਜੀ ਇੱਥੋਂ ਦੇ ਮਸੰਦ ਸਨ ਉਹ ਵੀ ਆਪਣੀ ਆਪਣੀ ਭੇਟਾ ਲੈ ਕੇ ਆਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਦੇ ਵਿੱਚੋਂ ਵੀ ਉਹ ਵੀ ਸਤਿਗੁਰੂ ਪਾਤਸ਼ਾਹ ਜੀ ਮਿਹਰ ਕਰਨ ਦਰਸ਼ਨਾਂ ਵਾਸਤੇ ਆਏ। ਮਹਾਰਾਜ ਨੇ ਸੁੱਖ ਸਾਂਦ ਪੁੱਛੀ, ਸਾਰਿਆਂ ਨੂੰ ਸਤਿਕਾਰ ਦਿੱਤਾ। ਸਤਿਕਾਰ ਵਜੋਂ ਇਹਨਾਂ ਮਸੰਦਾਂ ਨੂੰ
ਤੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਮਸੰਦ ਆਏ ਆ, ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ ਦੇ ਵਿੱਚੋਂ ਜੋ ਆਏ ਆ, ਉਹਨਾਂ ਦੇ ਨਾਲ ਜਿਹੜੇ ਮਸੰਦ ਨੇ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਤੇ ਛੇਵੇਂ ਪਾਤਸ਼ਾਹ ਜੀ ਦੇ ਵੇਲੇ ਸੱਚਖੰਡ ਪਿਆ ਨਾ ਕਰ ਗਏ ਸਨ, ਪਰ ਉਹਨਾਂ ਦੇ ਵੰਸ਼ ਜਿਹੜੇ ਆ ਉਹ ਗੁਰੂ ਘਰ ਨਾਲ ਜੁੜੀ ਸੀ ਉਸ ਤੋਂ ਬਾਅਦ। ਸੋ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਵੰਸ਼ ਦੇ ਵਿੱਚੋਂ ਤੇ ਨਾਲ ਉਹਨਾਂ ਦੇ ਕੁਝ ਮਸੰਦ ਆਏ ਮਹਾਰਾਜ ਦੇ ਦਰਬਾਰ। ਇਹਨਾਂ ਦਾ ਵੀ ਗੁਰੂ ਸਾਹਿਬ ਨੇ ਸਤਿਕਾਰ ਕੀਤਾ, ਸਰੋਪਾ ਉਹ ਦਿੱਤੇ। ਕੁਝ ਸਮਾਂ ਠਹਿਰੇ ਇੱਥੇ, ਇਹ ਵਾਪਸ ਚਲੇ ਗਏ। ਕਹਿੰਦੇ ਉਧਰ ਬਾਬਾ ਧੀਰਮਲ ਨੇ ਸੁਨੇਹਾ ਭੇਜਿਆ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ ਦੇ ਕੋਲ, ਸੁਨੇਹਾ ਕੀ ਭੇਜਿਆ ਕਿ ਤੁਸੀਂ ਜੋ ਜੋ ਗੁਰੂ ਸਾਹਿਬ ਨੂੰ ਭੇਟਾ ਕਰਦੇ ਹੁੰਦੇ ਹੋ ਉਹ ਸਾਰਾ ਕੁਝ ਮੈਨੂੰ ਭੇਟਾ ਕਰੋ, ਤੇ ਮੈਂ ਜੋ ਤੁਸੀਂ ਕਹੋਗੇ ਉਹੀ ਤੁਹਾਡਾ ਕੰਮ ਕਰ ਦਿਆਂਗਾ। ਕਹਿਣ ਦਾ ਭਾਵ ਸੀ ਕਿ ਤੁਸੀਂ ਮੈਨੂੰ ਗੁਰੂ ਬਣਾ ਦਿਓ। ਜਿਵੇਂ ਤਿਲਕ ਲਾਉਂਦੇ ਹੁੰਦੇ ਹੋ ਉਹ ਤਿਲਕ ਵੀ ਮੈਨੂੰ ਲਾ ਦਿਓ, ਘੋੜਾ ਜੋ ਕੁਝ ਵੀ ਭੇਟਾ ਆ ਉਹ ਮੈਨੂੰ ਦੇ ਦਿਓ, ਕਲਗੀ ਜਿਹੜੇ ਆ ਉਹ ਵੀ ਤੁਸੀਂ ਮੈਨੂੰ ਦੇ ਦਿਓ, ਤਾਂ ਜੋ ਮੈਂ ਗੁਰੂ ਬਣ ਜਾਵਾਂ। ਤੇ ਜੋ ਕੁਝ ਤੁਸੀਂ ਕਹੋਗੇ ਉਹ ਸਾਰਾ ਕੁਝ ਮੈਂ ਤੁਹਾਨੂੰ ਦਿਆਂਗਾ, ਜਿਵੇਂ ਜਿਵੇਂ ਤੁਸੀਂ ਆਖੋਗੇ ਤੁਹਾਡਾ ਸਾਰੇ ਕਹਿਣੇ ਮੈਂ ਮੰਨਾਂਗਾ। ਸੋ ਜਦੋਂ ਇਹ ਸੁਨੇਹਾ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ ਕੋਲ ਆਇਆ ਤੇ ਕਹਿੰਦੇ ਉਹਨਾਂ ਸਾਫ਼ ਇਨਕਾਰ ਕਰ ਦਿੱਤਾ ਕਿ ਇਹ ਕਲਗੀ, ਇਹ ਘੋੜਾ, ਇਹ ਬਾਕੀ ਦੇ ਭੇਟਾ ਜਿਹੜੇ ਹੈ ਇਹ ਤੇ ਸਭ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਣਦੀ ਹੈ, ਸੋ ਉਹਨਾਂ ਨੂੰ ਹੀ ਦੇਵਾਂਗੇ। ਸੋ ਧੀਰਮਲ ਈਰਖਾ ਦੇ ਨਾਲ ਅਜੇ ਵੀ ਸਾਧ ਸੰਗਤ ਜੀ ਉੱਦਾਂ ਦੇ ਮਨ ਬਣਾਈ ਬੈਠਾ ਅਜੇ ਵੀ, ਕਿਉਂਕਿ ਮਨ ਜਿਹੜਾ ਟਿਕਦਾ ਨਹੀਂ। ਇੱਕ ਸਮੇਂ ਤੇ ਕਹਿੰਦਾ ਆ ਬਸ ਭੁੱਖਾਂ ਮਿਟ ਗਈਆਂ ਸਾਰੀਆਂ, ਤੇ ਦੂਜੇ ਪਲ ਫੇਰ ਸਾਧ ਸੰਗਤ ਜੀ ਦੇ ਮਨ ਦੇ ਅੰਦਰ ਕਈ ਤਰ੍ਹਾਂ ਦੀਆਂ ਭੁੱਖਾਂ ਤ੍ਰਿਸ਼ਨਾਵਾਂ ਜਾਗਰੂਕ ਹੋ ਜਾਂਦੀਆਂ। ਜਿਵੇਂ ਕਈ ਵਾਰੀ ਤੇ ਬੰਦਾ ਕਈ ਹਜ਼ਾਰਾਂ ਰੁਪਇਆ ਖਰਚਣ ਵੇਲੇ ਵੇਖਦਾ ਨਹੀਂ, ਇੱਦਾਂ ਹੀ ਖਰਚ ਦਿੰਦਾ ਹੈ, ਕੋਈ ਪਰਵਾਹ ਨਹੀਂ ਕਰਦਾ। ਤੇ ਕਈ ਵਾਰੀ ਐਸਾ ਸਮਾਂ ਆ ਜਾਂਦਾ ਇੱਕ 5 ਰੁਪਏ ਦਾ ਸਿੱਕਾ ਵੀ ਜ਼ਮੀਨ 'ਤੇ ਪਿਆ ਹੋਵੇ ਤੇ ਉਹਦੇ 'ਤੇ ਵੀ ਪੈਰ ਰੱਖ ਲੈਂਦਾ, ਉਹਨੂੰ ਵੀ ਦੱਬ ਲੈਂਦਾ ਆ, ਉਹਨੂੰ ਵੀ ਦੱਬ ਲੈਂਦਾ, ਦੂਜੇ ਨੂੰ ਚੁੱਕਣ ਨਹੀਂ ਦਿੰਦਾ। ਇੱਦਾਂ ਦਾ ਮਨ ਆਏ। ਤੇ ਧੀਰਮਲ ਕਦੀ ਤੇ ਕਹਿੰਦਾ ਸੀ ਕਿ ਸੱਚਮੁੱਚ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨੇ ਇਹਨਾਂ ਦਾ ਤਾਂ ਸੰਗਤ ਸਤਿਕਾਰ ਕਰਦੀ, ਤੇ ਸਾਨੂੰ ਖਤਰਾ ਆ ਮੱਖਣ ਸ਼ਾਹ ਦੇ ਕੋਲੋਂ। ਪਰ ਜਿਵੇਂ ਹੀ ਥੋੜ੍ਹਾ ਜਿਹਾ ਸਮਾਂ ਲੰਘਦਾ ਆ ਫੇਰ ਤੋਂ ਚਾਲਾਂ ਚੱਲਦੇ ਆ। ਪਰ ਅਸਲ ਵਿੱਚ ਕਹਿੰਦੇ ਨੇ ਮਸੰਦ ਜਿਹੜੇ ਆ ਉਹ ਬੜਾ ਇਹਦੇ ਵਿੱਚ ਯੋਗਦਾਨ ਪਾਉਂਦੇ ਸੀ, ਗੱਲ ਵਿੱਚ ਬੜਾ ਉਹਨਾਂ ਦਾ ਵੀ ਜ਼ੋਰ ਲੱਗਦਾ ਸੀ ਕਿ ਧੀਰਮਲ ਨੂੰ ਗੁਰੂ ਬਣਾਇਆ ਜਾਵੇ, ਤੇ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਬੜੀ ਉਹ ਵੀ ਈਰਖਾ ਕਰਦੇ ਸਨ। ਸੋ ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਨੇ ਭੇਜਿਆ ਸੁਨੇਹਾ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ ਕੋਲ, ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਅਸੀਂ ਗੁਰੂ ਮਹਾਰਾਜ ਤੋਂ ਬਿਨਾਂ ਹੋਰ ਕਿਸੇ ਨੂੰ ਪੂਜ ਨਹੀਂ ਸਕਦੇ, ਹੋਰ ਕਿਸੇ ਨੂੰ ਤਿਲਕ ਨਹੀਂ ਲਾ ਸਕਦੇ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ। ਇਹ ਸੀ ਸਾਧ ਸੰਗਤ ਜੀ ਅੱਜ ਦੀ ਵਿਚਾਰ ਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬੇ ਬਕਾਲੇ ਤੋਂ ਚੱਲਦਿਆਂ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚੇ। ਇੱਥੇ ਮਹਾਰਾਜ ਨੇ ਅਨੰਦਪੁਰ ਸਾਹਿਬ ਨੂੰ ਵਸਾਉਣਾ ਕੀਤਾ। ਸੋ ਇਹ ਵਿਚਾਰਾਂ ਆਉਣ ਵਾਲੀਆਂ ਜਿਵੇਂ ਜਿਵੇਂ ਸਮਾਂ ਮਿਲੇਗਾ ਉਵੇਂ ਆਪਾਂ ਵਿਚਾਰਾਂ ਦੇ ਨਾਲ ਸਾਂਝ ਪਾਵਾਂਗੇ। ਸਤਿਗੁਰੂ ਆਪ ਹੀ ਮਿਹਰ ਕਰਨ। ਭੁੱਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।